ਅੰਮ੍ਰਿਤਸਰ ਦੀ ਡਾਕਟਰ ਅਨੁਪ੍ਰੀਤ ਕੌਰ ਨੇ ਹਾਲ ਹੀ ਵਿੱਚ ਹੋਏ ਮਿਸਿਜ਼ ਇੰਡੀਆ ਵਰਲਡ 2021 ਮੁਕਾਬਲੇ ਵਿੱਚ ਹਿੱਸਾ ਲੈਂਦਿਆਂ ਫਸਟ ਰਨਰ ਅਪ ਦਾ ਖਿਤਾਬ ਜਿੱਤ ਕੇ ਅੰਮ੍ਰਿਤਸਰ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਕਟਰ ਅਨੁਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਹਨਾਂ ਨੇ ਪਹਿਲੀ ਵਾਰ ਇਸ ਮੁਕਾਬਲੇ ਵਿੱਚ ਹਿੱਸਾ ਲਿਆ ਸੀ। ਉਹਨਾਂ ਨੂੰ ਫਸਟ ਰਨਰ ਅਪ ਰਹਿਣ ਦਾ ਖਿਤਾਬ ਪ੍ਰਾਪਤ ਹੋਇਆ ਹੈ, ਜੋ ਕਿ ਪਰਿਵਾਰ ਲਈ ਖਾਸ ਕਰ ਉਹਨਾਂ ਦੇ ਪਤੀ ਦੀ ਸਪੋਰਟ ਨਾਲ ਸੰਭਵ ਹੋ ਸਕਿਆ ਹੈ। ਇਸ ਮੌਕੇ ਤੇ ਇਸ ਖੇਤਰ ਵਿੱਚ ਜਾਣ ਵਾਲੀਆਂ ਚਾਹਵਾਨ ਲੜਕੀਆਂ ਨੂੰ ਆਪਣਾ ਸੰਦੇਸ਼ ਦਿੰਦਿਆਂ ਉਹਨਾਂ ਦਾ ਕਹਿਣਾ ਹੈ ਕਿ ਵਿਆਹ ਤੋਂ ਬਾਅਦ ਲੜਕੀਆਂ ਨੂੰ ਆਪਣੇ ਸੁਪਨਿਆਂ ਨੂੰ ਖਤਮ ਨਹੀਂ ਹੋਣ ਦੇਣਾ ਚਾਹੀਦਾ, ਬਲਕਿ ਆਪਣੇ ਪਰਿਵਾਰ ਦੇ ਸਹਿਯੋਗ ਨਾਲ ਸੁਪਨਿਆਂ ਨੂੰ ਸਾਕਾਰ ਕਰਨਾ ਚਾਹੀਦਾ। मुझे कुछ भी ऐसा नहीं था कि मुझे मॉडलिंग लाइन में जाना है, बट कोविड के कारण एज आई टोल्ड कि ऑनलाइन ऑडिशंस थे और सब कुछ वर्चुअली चल रहा था। सो एक अपॉर्चुनिटी आई मेरे पास और मैंने अपने पेरेंट्स से बात की, उन्होंने मुझे सपोर्ट किया और टुडे आई एम हियर। सो इट्स जस्ट एन अपॉर्चुनिटी। कुछ ऐसा मेरे दिमाग में नहीं था कि मुझे मॉडलिंग में जाना है। जैसे आपको सिंगिंग और डांसिंग का पहले से शौक था जी, तो क्या ब्यूटी पेजेंट का भी शौक था आपको या कोई मन में था? नहीं, स्पेशली शादी के बाद तो बिल्कुल नहीं। आई थिंक अनमैरिड तो सभी लड़कियों को कभी ना कभी लगता है कि हम किसी ब्यूटी पैजेंट में जाएं, बट शादी के बाद आई हैड नॉट थॉट अबाउट दिस। सो एक ये बहुत ही अच्छा सा ब्यूटीफुल कोइंसिडेंस हुआ है मेरे साथ एंड आई एम रियली हैप्पी। इसमें डॉक्टर शहबाज और परिवार का क्या रोल रहा है? सारा रोल ही डॉक्टर शहबाज और परिवार का है। मुझे लगता है कि अगर आपकी फैमिली आपको सपोर्ट नहीं करे किसी आपके एंडेवर में, तो आप कभी भी उसमें सक्सेसफुल नहीं हो सकते। आपको हमेशा ब्लेसिंग्स की, सपोर्ट की और प्यार की ज़रूरत रहती है। सो आई हैव बिन ग्रेटफुल एंड फॉर्चुनेट कि मुझे एक बहुत सपोर्टिंग फैमिली और हस्बैंड मिले हैं, जिन्होंने ना सिर्फ मुझे ये कहा कि जाओ, बट दे वर ऑन एवरीथिंग। हर चीज़ में वो मुझे सपोर्ट करते थे कि ऐसे नहीं, ऐसे करना चाहिए, ये तुम्हारी कंपेटिटर है, ये तुम्हारी कंपेटिटर है। सो दे वर विद मी इन दिस जर्नी थ्रू आउट एंड दे हेल्प मी। सो दिस इज़ ऑल बिकॉज ऑफ देम। बीइंग ए डॉक्टर वैसे ही आपके पास टाइम कम होता है, हाँ तो जी, इसके लिए टाइम कैसे निकालते हैं? इसके लिए टाइम, आई थिंक अगर आपके मन में कुछ करने की चाह हो तो टाइम बन जाता है। ਇਸ ਮੌਕੇ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਕਾਫੀ ਖੁਸ਼ ਸਨ। ਸੋ ਬੜੀ ਪ੍ਰਾਊਡ ਫੀਲਿੰਗ ਹੈ। ਹਾਂਜੀ, ਜੇ ਤੁਹਾਡੀ ਵਾਈਫ ਇਫ ਸ਼ੀ ਕੈਨ ਗੋ ਐਂਡ ਵਿਨ ਦ ਮਿਸਿਸ ਇੰਡੀਆ ਕਰਾਊਨ, ਇਟਸ ਅ ਵੈਰੀ ਵੈਰੀ ਪ੍ਰਾਊਡ ਫੀਲਿੰਗ। ਕੀ ਕਹਿਣਾ ਚਾਹੋਗੇ ਤੁਸੀਂ ਬਾਕੀ ਸ਼ਹਿਰ ਵਾਸੀਆਂ ਨੂੰ, ਕੀ ਕਹਿਣਾ ਚਾਹੋਗੇ ਤੁਸੀਂ ਇਸ ਫਿਲਮ ਜੋ ਸਰ ਇਹ ਜੀ ਬੇਸਿਕਲੀ ਜਿਹੜਾ ਮਿਸਿਸ ਇੰਡੀਆ ਕੰਟੈਸਟ ਹੈ, ਇਹ ਬਿਊਟੀ ਪੇਜੈਂਟ ਦੇ ਨਾਲ ਨਾਲ ਆਈ ਫੀਲ ਇਹ ਵਿਮਨ ਐਮਪਾਵਰਮੈਂਟ ਲਈ ਵੀ ਇਟਸ ਵੈਰੀ ਵੈਰੀ ਇੰਪੋਰਟੈਂਟ। ਐਂਡ ਜਿੰਨੀਆਂ ਵੀ ਆਪਣੀਆਂ ਮੈਰਿਡ ਵਿਮਨ ਹੈ ਆਪਣੇ ਦੇਸ਼ ਦੀਆਂ, ਆਪਣੇ ਸਿਟੀ ਦੀਆਂ, ਇਟਸ ਅ ਵੈਰੀ ਬਿਗ ਓਪਰਚੁਨਿਟੀ ਫॉर them, ਕਿਉਂਕਿ ਉਹ ਵੀ ਦੇਖ ਸਕਦੇ ਆ ਕਿ ਆਪਣੇ ਸਿਟੀ ਦੀ ਇੱਕ ਕੁੜੀ ਜਾ ਕੇ ਜੇ ਮਿਸਿਸ ਇੰਡੀਆ ਜਿੱਤ ਸਕਦੀ ਹੈ, ਐਂਡ ਮਿਸਿਸ ਇੰਡੀਆ ਲੈਵਲ ਤੇ ਗਲੋਬਲ ਲੈਵਲ ਤੇ ਆਪਾਂ ਆਪਣੇ ਕੰਟਰੀ ਨੂੰ ਰਿਪਰੈਜ਼ੈਂਟ ਕਰ ਸਕਦੀ ਤੇ ਉਹ ਵੀ ਕਰ ਸਕਦੀ ਹੈ। ਸੋ ਇਟਸ ਅ ਵੈਰੀ ਵੈਰੀ ਗੁੱਡ ਓਪਰਚੁਨਿਟੀ ਐਂਡ ਅ ਲਰਨਿੰਗ ਕਰਵ ਫॉर ਦ ਹੋਲ ਸਿਟੀ ਆਈ ਫੀਲ। ਤੁਸੀਂ ਮੋਟੀਵੇਟ ਕੀਤਾ? ਦੇਖੋ, ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਿ ਤੁਸੀਂ ਆਪਣਾ ਸਮਾਂ ਕੱਢ ਕੇ ਇੱਥੇ ਆਏ ਹੋ। ਬਾਕੀ ਜਿਹੜੇ ਸਾਡੇ ਫੈਮਿਲੀ ਦੀ ਪਰੰਪਰਾ ਹੈ ਨਾ, ਕਿ ਸਾਡੇ ਫੈਮਿਲੀ ਦੇ ਵਿੱਚ ਨੂੰਹਾਂ ਨੂੰ ਨੂੰਹਾਂ ਨਹੀਂ ਸਮਝਿਆ ਜਾਂਦਾ, ਉਹ ਆਪਣੀਆਂ ਬੇਟੀਆਂ ਸਮਝਿਆ ਜਾਂਦਾ। ਔਰ ਤੁਹਾਨੂੰ ਯਾਦ ਹੋਣਾ ਅੱਜ ਤੋਂ 30-40 ਸਾਲ ਪਹਿਲਾਂ ਜੇ ਕਿਸੇ ਦੇ ਘਰ 'ਚ ਕੋਈ ਬਜ਼ੁਰਗ ਆਉਣਾ ਜਾਂ ਕੋਈ ਬਾਹਰਲਾ ਬੰਦਾ ਆ ਜਾਣਾ ਤੇ ਉਹ ਘਰ ਦੀਆਂ ਲੇਡੀਜ਼ ਨੇ ਘੁੰਡ ਕੱਢ ਲੈਣਾ। ਸੋ ਦੋਜ਼ ਆਰ ਨਾਟ ਵੈਰੀ ਗੁੱਡ ਟਾਈਮਸ। ਸੋ ਜੇ ਆਪਣੇ ਸਮਾਜ ਨੇ ਤਰੱਕੀ ਕਰਨੀ ਹੈ ਨਾ, ਤੇ ਫਿਰ ਸਾਡੀ ਲੇਡੀਜ਼ ਨੂੰ ਜਿਹੜਾ ਉਹ ਸਾਡੇ ਬੰਦਿਆਂ ਦੇ ਨਾਲ ਮੋਢਾ ਜੋੜ ਕੇ ਅੱਗੇ ਚੱਲਣਾ ਪੈਣਾ। ਔਰ ਡਾਕਟਰ ਅਨੁਪ੍ਰੀਤ ਜਿਹੜੀ, ਮੈਂ ਇਹ ਨਹੀਂ ਕਹੂੰਗਾ ਕਿ ਮੇਰੀ ਨੂੰਹ ਹੈ, ਮੇਰੀ ਬੇਟੀ ਹੈ। ਔਰ ਮੈਨੂੰ ਇਹ ਸੀਗਾ ਕਿ ਇਹ ਆਪਣੇ ਆਪ ਜਿਹੜਾ ਆਪਣਾ ਨਾਂ ਰੌਸ਼ਨ ਕਰੇ, ਆਪਣੇ ਸ਼ਹਿਰ ਦਾ ਨਾਂ ਜਿਹੜਾ ਉਹ ਨੈਸ਼ਨਲ ਔਰ ਇੰਟਰਨੈਸ਼ਨਲ ਲੈਵਲ 'ਤੇ ਰੌਸ਼ਨ ਕਰੇ। ਸੋ ਇਹਨਾਂ ਨੇ ਥੋੜ੍ਹੀ ਜਿਹੀ ਇੱਛਾ ਜਤਾਈ ਕਿ ਅਸੀਂ ਇਸ ਸਾਈਡ 'ਤੇ ਪਾਰਟੀਸਪੇਟ ਕਰਨਾ, ਤੇ ਮੈਂ ਕਿਹਾ ਵੀ ਕੋਈ ਓਬਜੈਕਸ਼ਨ ਨਹੀਂ ਹੈ, ਮੇਰੀਆਂ ਬੱਚੀਆਂ ਵਰਗੀਆਂ, ਤੁਸੀਂ ਕਰੋ ਜੋ ਕਰਨਾ। ਸੋ ਉਹਨੇ ਮਿਹਨਤ ਕੀਤੀ, ਪਿਛਲੇ 6 ਮਹੀਨੇ ਤੋਂ ਮਿਹਨਤ ਕਰਨ ਲੱਗੀ ਹੋਈ ਸੀ। ਸੋ ਸ਼ੀ ਹੈਜ਼ ਡਨ ਵੈਰੀ ਵੈਲ ਐਟ ਦ ਨੈਸ਼ਨਲ ਲੈਵਲ। ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ ਕਿ ਵੀ ਬਾਕੀਆਂ ਦੀ ਸੋਚ, ਤੁਹਾਡੀ ਸੋਚ ਬਹੁਤ ਅੱਛੀ ਹੈ ਵੀ ਕਿਸ ਤਰ੍ਹਾਂ ਸੋਚਣਾ ਚਾਹੀਦਾ ਔਰ ਇਸ ਨੂੰ ਕਿਸ ਤਰ੍ਹਾਂ ਲੈਣਾ ਚਾਹੀਦਾ? ਦੇਖੋ, ਮੇਨ ਪੁਆਇੰਟ ਤਾਂ ਇਹ ਹੈ ਕਿ ਜੇ ਕਿਸੇ ਘਰ 'ਚੋਂ ਬੱਚੀ ਤੁਹਾਡੇ ਘਰ 'ਚ ਆਉਂਦੀ ਹੈ ਨਾ, ਸੋ ਉਹਦੇ ਨਾਲ ਕੋਈ ਮਾੜਾ ਵਿਵਹਾਰ ਨਾ ਕਰੋ। ਤੁਹਾਡੀ ਆਪਣੀ ਬੇਟੀ ਹੈ, ਉਹਨਾਂ ਨੇ 20 ਸਾਲ 25 ਸਾਲ ਉਹਨੂੰ ਪਾਲਿਆ ਹੁੰਦਾ ਔਰ ਉਹ ਤੁਹਾਨੂੰ ਦਿੱਤਾ, ਉਹਨਾਂ ਨੇ ਆਪਣੇ ਦਿਲ ਦਾ, ਮੈਂ ਕਹਿੰਦਾ, ਇੱਕ ਟੁਕੜਾ ਤੁਹਾਨੂੰ ਦੇ ਦਿੱਤਾ।
ਹੁਣ ਅੱਗੋਂ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਉਸ ਬੱਚੀ ਨੂੰ ਕਿਸ ਤਰ੍ਹਾਂ ਸਲੂਕ ਕਰਨਾ ਹੈ, ਕਿਸ ਤਰ੍ਹਾਂ ਪਾਲਣਾ ਪੋਸਣਾ ਹੈ, ਕਿਸ ਤਰ੍ਹਾਂ ਸਮਾਜ 'ਚ ਉਹਦੀ ਜਗ੍ਹਾ ਬਣਾਉਣੀ ਹੈ, ਕਿਸ ਤਰ੍ਹਾਂ ਉਹਨੂੰ ਅੱਗੇ ਲੈ ਕੇ ਜਾਣਾ। ਸੋ ਉਹ ਰਿਸਪੌਂਸਿਬਿਲਟੀ ਸਾਰੀ ਇਨ ਲਾਜ਼ ਦੀ ਹੁੰਦੀ ਹੈ। ਔਰ ਮੈਂ ਇਹ ਵੀ ਸਮਝਦਾ ਕਿ ਜੇ ਆਪਣੇ ਦੇਸ਼ ਨੇ ਤਰੱਕੀ ਕਰਨੀ ਹੈ ਤੇ ਵੂਮਨ ਐਮਪਾਵਰਮੈਂਟ ਜਿਹੜੀ ਹੈ ਨਾ, ਉਹਦਾ ਬਹੁਤ ਵੱਡਾ ਰੋਲ ਹੁੰਦਾ। ਮੈਂ ਆਪਣੀ ਐਗਜ਼ਾਮਪਲ ਦਊਂਗਾ ਕਿ ਮੇਰੇ ਘਰ 'ਚ ਜਦੋਂ ਮੇਰੀ ਵਾਈਫ ਸਾਡੀ ਸ਼ਾਦੀ ਹੋਈ ਤੇ ਫਿਰ ਅਸੀਂ ਹਸਪੀਟਲ ਸ਼ੁਰੂ ਕਰਨਾ ਸੀ, ਤੇ ਮੇਰੇ ਦਿਮਾਗ 'ਚ ਪਹਿਲਾਂ ਇਹੀ ਆਇਆ ਵੀ ਜਿਹੜਾ ਹਸਪੀਟਲ ਦਾ ਨਾਮ ਹੈ ਨਾ, ਉਹ ਮੇਰੀ ਵਾਈਫ ਦੇ ਨਾਂ ਤੋਂ ਸ਼ੁਰੂ ਕਰਨਾ। ਸੋ ਸਾਡੇ ਘਰ 'ਚ ਕਿਸੇ ਨੂੰ ਕੋਈ ਓਬਜੈਕਸ਼ਨ ਨਹੀਂ ਸੀ। ਸੋ ਉਸੇ ਪਰੰਪਰਾ ਨੂੰ ਅੱਗੇ ਜਾਰੀ ਰੱਖਦਿਆਂ ਹੋਇਆਂ ਇਹ ਵੀ ਸਾਡੀ ਬੇਟੀ ਹੈ, ਇਹਨੇ ਵੀ ਤਰੱਕੀ ਕਰਨੀ ਹੈ, ਆਪਣੀ ਮਰਜ਼ੀ ਨਾਲ ਕਰਨੀ ਹੈ। ਸੋ ਐਂਡ ਸ਼ੀ ਇਜ਼ ਅ ਵੈਰੀ ਹਾਰਡ ਵਰਕਿੰਗ ਗਰਲ। ਸੋ ਜੇ ਕਿਸੇ ਪਰਿਵਾਰ ਨੇ, ਕਿਸੇ ਸਟੇਟ ਨੇ, ਕਿਸੇ ਕੰਟਰੀ ਨੇ ਤਰੱਕੀ ਕਰਨੀ ਹੈ ਤੇ ਲੇਡੀਜ਼ ਨੂੰ ਉਨਾ ਹੀ ਮੌਕਾ ਦੇਣਾ ਚਾਹੀਦਾ ਜਿੰਨਾ ਆਪਣੇ ਮੁੰਡਿਆਂ ਨੂੰ ਅਸੀਂ ਦਿੰਦੇ ਹਾਂ। ਸੋ ਦੈਟ ਇਜ਼ ਮਾਈ ਐਡਵਾਈਸ ਟੂ ਦ ਸੋਸਾਇਟੀ।